Gentlemen, my name is Gary Singh Grewal from NRA Press Club and NRA Press News Media. Welcome to all our NRA Press Club team, participants, guests from today's hot topic on June 19th, 2022. Our today's topic is ISIS's attack on Kabul Gurdwara cites profit and salt. Dozens of countries protest and sparked by suspended BJP leader Nupur Sharma's remark earlier this month about the prophet. Possibility है कि due to that reason होया मैं कोशिश करदा कि NRA ਸਾਡੇ जिन्ने स्कॉलर बैठे आ कि ਉਹਨਾਂ ਦੇ ਕੀ ਵਿਊ ਹੈਗੇ ਇਸ ਮਾਮਲੇ ਦੇ ਵਿੱਚ ਪੇਪਰ ਤਾਂ ਅਲੱਗ-ਅਲੱਗ ਇੰਡੀਆ 'ਚ ਕਹਿ ਰਹੇ ਨੇ ਜੋ ਕੁਝ ਹੋ ਰਿਹਾ ਪਿਸ਼ੌਰਤ ਸਿੰਘ ਜੀ ਤੁਸੀਂ ਇਹਦੇ ਵਿੱਚ ਕੀ ਸੋਚਦੇ ਹੈਗੇ ਹੋ ਮੀਡੀਆ ਨੂੰ ਸਾਰਾ ਪੜ੍ਹ ਕੇ ਜਾਂ ਵੈਸੇ ਤੁਹਾਡਾ ਕੀ ਵਿਊ ਹੈਗਾ ਵੇਖੋ ਇਹਦੀ ਜੜ ਜਿਹੜੀ ਆ ਉਹ ਬੀਜੇਪੀ ਦੀ ਜਿਹੜੀ ਰਿਪਰੈਜ਼ੈਂਟੇਟਿਵ ਹੈਗੀ ਉਹਦੀ ਸਟੇਟਮੈਂਟ ਹੀ ਆ ਜਦੋਂ ਉਹਨੇ ਬਲਾਸਫੇਮਿਕ ਗੱਲਾਂ ਕੀਤੀਆਂ ਔਰ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹਾਲੇ ਵੀ ਉਹ ਗੁੰਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਆ ਪਰ ਸਵਾਲ ਤਾਂ ਇਹ ਆ ਵੀ ਉਹ ਬੜਾ ਪ੍ਰੋਵੋਕੇਟਿਵ ਉਹਦੀਆਂ ਗੱਲਾਂ ਜਿਹੜੀਆਂ ਉਹਨੇ ਪ੍ਰੋਫਿਟ ਵਾਸਤੇ ਕਹੀਆਂ ਨੇ ਤੇ ਉਹ ਆਪ ਵੀ ਹੁਣ ਸਾਰੇ ਕੰਡੈਮ ਕਰਦੇ ਉਹਨੂੰ ਪਰ ਉਹ ਹੁਣ ਉਹਦੇ ਵਿੱਚ ਆਮ ਹਿੰਦੂ ਜਾਂ ਆਮ ਸਿੱਖ ਦਾ ਉਹਦੇ ਨਾਲ ਕੀ ਤਾਲੁਕ ਆ ਪਰ ਉਹ ਟਾਰਗੇਟ ਤਾਂ ਉੱਥੇ ਜਿਹੜਾ ਨਾ ਇਸ ਗੱਲ ਤੋਂ ਬਣੇ ਨਾ ਹੁਣ ਦੁੱਖ ਦੀ ਗੱਲ ਤਾਂ ਇਸ ਵੇਲੇ ਇਹ ਹੈਗੀ ਆ ਕਿ ਉਹ ਲੋਕ ਨੇ ਜਿਹੜੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਉਹ ਤਾਂ ਆਪ ਇਸ ਗੱਲ ਤੋਂ ਦੁਖੀ ਨੇ ਵੀ ਉਹ ਕਿਹੋ ਜਿਹੀ ਸਟੇਟਮੈਂਟ ਦਿੱਤੀ ਹੈ ਕਿਉਂ ਦਿੱਤੀ ਹੈ ਇਹ ਬੀਜੇਪੀ ਸਰਕਾਰ ਨੂੰ ਚਾਹੀਦਾ ਨਾ ਵੀ ਇਹੋ ਜਿਹੇ ਜਿਹੜੇ ਵਿੱਚ ਅੰਸ਼ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਸਪੀਕ ਫਰੋਮ ਦੇ ਹਿਪ ਔਰ ਪਤਾ ਨਹੀਂ ਕਿਹੜੇ ਵੇਲੇ ਕੀ ਉਹਨਾਂ ਗੱਲ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਕਿਉਂਕਿ ਇਹਦੇ ਨਾਲ ਜਿਹੜੇ ਬਾਹਰ ਇੰਟਰਨੈਸ਼ਨਲ ਰਿਲੇਸ਼ਨਸ ਨੇ ਇਹਦੇ ਨਾਲ ਸਾਰੀ ਮੁਸਲਮਾਨ ਵਰਲਡ ਜਿਹੜੀ ਆ ਉਹਦਾ ਬੜਾ ਤਿੱਖਾ ਰਿਐਕਸ਼ਨ ਹੋਇਆ ਔਰ ਮਿਡਲ ਈਸਟ ਦੇ ਵਿੱਚ ਤੁਹਾਨੂੰ ਪਤਾ ਕਿਸ ਤਰ੍ਹਾਂ ਉਹਨਾਂ ਨੇ ਉਹ ਟੈਟ ਕਰਨਾ ਉਹਨੇ ਕੋਈ ਆਪਣੇ ਬੰਦੇ ਕੱਢਣੇ ਵੀ ਸ਼ੁਰੂ ਕਰ ਦਿੱਤੇ ਉੱਥੋਂ ਔਰ ਕੁਵੈਤ ਨੇ ਤਾਂ ਆਖਿਆ ਵੀ ਹਿੰਦੂ ਨਿਕਲ ਜਾਓ ਉੱਥੋਂ ਸਮਥਿੰਗ ਲਾਈਕ ਦੈਟ ਤੇ ਇਹ ਬੜੀ ਇਟਸ ਅ ਵੈਰੀ ਸੈਡ ਉੱਥੇ ਹੁਣ ਬੜੇ ਮਿਹਨਤ ਕਰਨ ਵਾਲੇ ਲੋਕ ਜਿਹੜੇ ਕਈਆਂ ਸਾਲਾਂ ਤੋਂ ਗਏ ਨੇ ਵੀਜ਼ੇ ਲੈ ਕੇ ਗਏ ਨੇ ਬੜੀ ਮਿਹਨਤ ਕਰਦੇ ਸਖਤ ਮਿਹਨਤ ਕਰਦੇ ਮਿਡਲ ਈਸਟ ਦੇ ਵਿੱਚ ਕਮਾਈ ਕਰਨੀ ਜਿਹੜੀ ਆ ਉਹ ਕੋਈ ਸੌਖੀ ਨਹੀਂ ਕਿਉਂਕਿ ਮੈਂ 5 ਸਾਲ ਉੱਥੇ ਰਹਿ ਕੇ ਆਇਆ ਬੜੀਆਂ ਹਾਰਸ਼ ਕੰਡੀਸ਼ਨਸ ਦੇ ਵਿੱਚ ਆਪਣੇ ਲੋਕ ਜਿਹੜੇ ਉੱਥੇ ਕੰਮ ਕਰਦੇ ਨੇ ਤੇ ਪਰ ਕਿਉਂਕਿ ਹਿੰਦੁਸਤਾਨ ਦੇ ਵਿੱਚ ਉਹ ਨਹੀਂ ਅਪਰਚੁਨਿਟੀਜ਼ ਹੈਗੀਆਂ ਉੱਥੇ ਮਿਹਨਤ ਕਰਨੀ ਉੱਥੇ ਕਰਦੇ ਨੇ ਪਰ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਇਸ ਵੇਲੇ ਜਿਹੜਾ ਨਾ ਉਹ ਕੀਮਤ ਅਦਾ ਕਰਨੀ ਪੈ ਰਹੀ ਆ ਮਿਡਲ ਈਸਟ ਵਿੱਚ ਵੀ ਤੇ ਅਫਗਾਨਿਸਤਾਨ ਦੇ ਵਿੱਚ ਤਾਂ ਗੁਰਦੁਆਰਾ ਜਿਹੜਾ ਹੈ ਤਾਂ ਨੈਚੁਰਲੀ ਟਾਰਗੇਟ ਬਣਿਆ ਇਹਦਾ ਤਾਂ 60-70 ਫੁੱਟ ਉੱਚਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਤੋਂ ਪਤਾ ਲੱਗ ਜਾਂਦਾ ਗੁਰਦੁਆਰਾ ਉੱਥੇ ਹੈਗਾ ਔਰ ਉੱਥੇ ਉਹ 100-150 ਫੈਮਿਲੀ ਜਿਹੜੀ ਆ ਉਹ ਜਦੋਂ ਦੀ ਅਸ਼ਰਫ ਗਨੀ ਦੀ ਗਵਰਨਮੈਂਟ ਡਿੱਗੀ ਆ ਉਦੋਂ ਤੋਂ ਜਿਹੜਾ ਉਹ ਖਤਰੇ ਜਿਹੜੇ ਮੰਡਲਾ ਰਿਹਾ ਔਰ ਉਹ ਲੋਕ ਉੱਥੋਂ ਨਿਕਲਣਾ ਚਾਹੁੰਦੇ ਉਹਨਾਂ ਵੀਜ਼ਿਆਂ ਵਾਸਤੇ ਜਿਹੜਾ ਨਾ ਉਹ ਕੋਸ਼ਿਸ਼ ਕਰ ਰਿਹਾ ਪਰ ਉਹ ਸਰਕਾਰ ਨੇ ਕੋਈ ਉਹਨਾਂ ਦੀ ਉਦੋਂ ਤੋਂ ਤਾਂ ਮਦਦ ਨਹੀਂ ਕੀਤੀ ਹੁਣ ਉਹ ਇੰਨਾ ਕੁਛ ਹੋਇਆ ਤੇ ਹੁਣ ਜਿਹੜੇ ਫਟਾਫਟ ਉਹ ਕਰ ਰਿਹਾ ਪਰ ਉਹੀ ਗੱਲ ਆ ਨਾ ਵੀ ਕਿ ਜਸਟ ਵਨ ਸਟੈਪ ਬਿਹਾਈਂਡ ਇਹ ਜਿਹੜਾ ਹੁਣ ਜਿਹੜੇ ਇੰਨੀ ਮਤਲਬ ਕਰ ਰਿਹਾ ਆ ਛੇਤੀ ਇਹ ਈ ਵੀਜ਼ਾ ਜਿਹੜੇ ਪਹਿਲਾਂ ਵੀ ਦਿੱਤੇ ਜਾ ਸਕਦੇ ਸੀ ਔਰ ਅਨਫੋਰਚੂਨੇਟਲੀ ਬੰਦਾ ਜਿਹੜਾ ਮਾਰਿਆ ਗਿਆ ਉੱਥੇ ਉਹਦਾ ਵੀਜ਼ਾ ਜਿਹੜਾ ਉਹ ਕਦੋਂ ਦਾ ਉਹਨੇ ਅਪਲਾਈ ਕੀਤਾ ਸੀ ਔਰ ਉਹਦੇ ਮਰਨ ਤੋਂ ਇੱਕ ਦਿਨ ਬਾਅਦ ਉਹਦਾ ਵੀਜ਼ਾ ਓਕੇ ਥੈਂਕ ਯੂ ਪਿਸ਼ੌਰਤ ਸਿੰਘ ਜੀ ਗੁਪਤਾ ਸਾਹਿਬ ਤੁਸੀਂ ਕੀ ਸੋਚਦੇ ਹੈਗੇ ਹੋ ਮੈਂ ਸਮਝਦਾ ਕਿ ਜਿਹੜਾ ਪੀਰੀਅਡ ਚੱਲ ਰਿਹਾ ਹੈ ਫॉर the last 20 years ਜਿਹਦੇ ਵਿੱਚ US ਬੜਾ ਡੋਮੀਨੈਂਟ ਫੋਰਸ ਹੈ to generate anti-Muslim sentiment in the world, whether it was Syria, whether it was Iraq, whether it was Afghanistan, ਉਹਦਾ ਇਹ ਫਾਲ ਆਊਟ ਹੈ ਸਾਰਾ ਕੋਈ ਜਿਹੜਾ ਸਟੇਟ ਹੁੰਦੀ ਹੈ ਨਾ ਕੋਈ ਵੀ ਵਰਲਡ ਦੇ ਅੰਦਰ ਉਹ ਸੌਫਟ ਟਰੂਵਰਡਸ ਰਿਲੀਜੀਅਸ ਫੰਡਾਮੈਂਟਲਿਜ਼ਮ particularly ਇੰਡੀਆ ਤਾਂ ਅੱਜ ਦੇ ਸਥਿਤੀਆਂ 'ਚ ਇੰਡੀਆ ਹੈ ਹੀ ਦੇਖੋ ਅਫਗਾਨਿਸਤਾਨ 'ਚ ਦੇਖੋ ਫੋਰਚੂਨੇਟ ਗੱਲ ਇਹ ਹੈ ਕਿ ਪਾਕਿਸਤਾਨ 'ਚ ਕੋਈ ਏਦਾਂ ਦੀ ਨੈਗੇਟਿਵ ਰਿਐਕਸ਼ਨ ਨਹੀਂ ਹੋਇਆ ਜਿਹੜੀ ਉਹ ਬੀਜੇਪੀ ਦੇ ਬੰਦਿਆਂ ਨੇ ਸਟੇਟਮੈਂਟ ਜਿਹਦੇ ਇਟ ਮੀਨਸ ਦੇਖੋ ਸਟੇਟ ਜਿਹੜੀ ਹੈ ਨਾ ਆਲ ਪਾਵਰਫੁਲ ਹੈ ਵਰਲਡ 'ਚ ਸਟੇਟ ਜੇ ਤਾਂ ਸੌਫਟ ਹੈ ਕਿਸੇ ਪ੍ਰੋਗਰਾਮ 'ਚ ਫਿਰ ਤਾਂ ਸਭ ਐਨੀਥਿੰਗ ਇਜ਼ ਪੋਸੀਬਲ ਔਰ ਜੇ ਸਟੇਟ ਹਾਰਡ ਹੈ ਫਿਰ ਤੁਸੀਂ 1 ਸੈਕਿੰਡ ਲੱਗਦਾ ਓਨਲੀ 1 ਸੈਕਿੰਡ ਮੈਨੂੰ ਯਾਦ ਹੈ ਕਿ ਜਦ 9/11 ਹੋਇਆ ਸਾਡੇ ਇੱਥੇ ਦੱਸ ਰਹੇ ਸੀ ਬੰਦੇ ਡੀਅਰਬੋਰਨ ਸਿਟੀ 'ਚ ਨਾ ਬਹੁਤ ਅਰਬੀ ਹੈ ਇਰਾਕੀਸ Bush was president, he ordered anything short ਅੱਗੇ ਇੱਥੇ ਕਿਉਂਕਿ USA ਦਾ ਕਾਰਪੋਰੇਟ ਸੈਕਟਰ ਕਦੀ ਇੱਥੇ ਜਿਹੜੀ ਕਮਿਊਨਲ
ਸਿਚੁਏਸ਼ਨ ਨੂੰ ਰਾਈਪ ਕਰਨ ਹੀ ਨਹੀਂ ਦਿੰਦਾ, ਕਿਉਂਕਿ ਜਿਹੜਾ ਕਾਰਪੋਰੇਟ ਵਰਲਡ ਹੈ ਨਾ, ਇਹ ਆਪਣੇ ਆਪ ਨੂੰ ਸੇਫ ਰੱਖਦਾ ਹੈ, ਇਹ ਆਪਣੇ ਆਪ ਨੂੰ ਲੋਕਾਂ ਨੂੰ, ਇਹਦੇ ਕਈ ਕੰਪੋਨੈਂਟ, ਇਹਦੀ ਕਈ ਸ਼ੇਪਸ ਹੁੰਦੀਆਂ। ਜਦ ਇਹਨੂੰ ਜ਼ਰੂਰਤ ਹੁੰਦੀ ਹੈ ਇਹ ਕਨਫਲਿਕਟ ਕਰਾ ਦਿੰਦਾ ਰਿਲੀਜੀਅਸ ਗਰੁੱਪਾਂ 'ਚ, ਪਰ ਜਦ ਜ਼ਰੂਰਤ ਨਹੀਂ ਹੁੰਦੀ ਫਿਰ ਇਹਨਾਂ ਨੂੰ ਸਮੈਸ਼ ਵੀ ਕਰ ਦਿੰਦਾ ਰਿਲੀਜੀਅਸ। ਸੋ ਇੰਡੀਆ ਦਾ ਜਿਹੜਾ ਕਾਰਪੋਰੇਟ ਸੈਕਟਰ ਹੈ ਇਹ ਅਜੇ ਉਹਨੂੰ ਐਨਕਰੇਜ ਕਰਦਾ ਹੈ। ਉਹਦੇ ਨਾਲ ਪੋਲਿਟਿਕਸ ਰਿਲੇਟਿਡ ਹੈ ਕਿ ਮੋਦੀ ਗਵਰਨਮੈਂਟ ਸ਼ੁੱਡ ਕਮ ਬੈਕ, ਕਿਉਂਕਿ ਰਿਲੀਜੀਅਸ ਪੋਲਰਾਈਜੇਸ਼ਨ ਹੋਣ ਨਾਲ ਹੀ ਤੁਸੀਂ ਪਾਵਰ 'ਚ ਆ ਸਕਦੇ ਹੋ ਅੱਜ ਦੇ ਵਰਲਡ 'ਚ, ਕਿਉਂਕਿ ਤੁਹਾਡੇ ਕੋਲ ਨਾ ਤਾਂ ਜੌਬਾਂ ਕ੍ਰੀਏਟ ਹੋਣੀਆਂ, ਨਾ ਐਮਪਲੋਇਮੈਂਟ ਕ੍ਰੀਏਟ ਹੋਣੀ ਹੈ, ਨਾ ਤੁਹਾਡੇ ਕੋਲ ਪ੍ਰਾਈਸ ਰਾਈਜ਼ ਕੰਟਰੋਲ ਹੋਣਾ। So what is the solution? You have to be soft towards a situation where you can polarize the people to get votes. और मैं समझदा कि साडी शिरोमणि प्रबंधक कमेटी ने ਜਿਹੜਾ ਹੈ ਇਹ ਬੜਾ ਕੋਈ ਰੋਲ ਨਹੀਂ ਉਹਨਾਂ ਦਾ, ਬਿਲਕੁਲ ਜ਼ੀਰੋ ਰੋਲ। ਦੇਖੋ ਪ੍ਰਬੰਧਕ ਕਮੇਟੀ ਐਦਾਂ ਦੀ ਬੋਡੀ ਸੀਗੀ ਕਿ ਜਿਹੜੀ ਕੋਈ ਵੀ ਰਿਲੀਜੀਅਸ ਫੰਡਾਮੈਂਟਲਿਜ਼ਮ ਹੈ, ਚਾਹੇ ਬਾਬਰੀ ਮਸਜਿਦ ਗਿਰੀ, ਚਾਹੇ ਬਲੂ ਸਟਾਰ ਆਪਰੇਸ਼ਨ ਹੋਏ, ਚਲੋ ਬਲੂ ਸਟਾਰ ਤਾਂ ਠੀਕ ਹੈ, ਚਾਹੇ ਤੇ ਗੁਜਰਾਤ ਰਾਈਟਸ ਹੋਏ, they were always silent, always. So ਮੈਂ ਸਮਝਦਾ ਸੀ ਕਿ ਜਿਹੜੇ in the interest of the people, the SGPC should have taken a very good stand, ਜਿਹੜਾ BJP ਦੀ ਸਪੋਕਸਮੈਨ ਬੋਲੀ ਹੈ, ਕਿਉਂਕਿ ਦੇਖੋ ਇਹ ਜਿਹੜੀ ਚੀਜ਼ਾਂ ਹੈਪਨ ਹੁੰਦੀਆਂ ਨਾ, ਆਈ ਥਿੰਕ ਇਹ ਠੀਕ ਹੈ, ਇਹ ਸ਼ਾਰਟ ਟਰਮ ਹੁੰਦੀਆਂ, ਇਹ ਡਾਈਵਰਟ ਹੋ ਜਾਏਗੀ, ਆਫਟਰ ਸਮ ਟਾਈਮ ਡਾਈਵਰਟ ਹੋ ਜਾਏਗੀ। ਪਰ ਇਵੈਂਟਸ ਹੈਪਨ ਕਿਉਂ ਹੋਣ, ਉਹਦੇ ਸੋਲੂਸ਼ਨ ਕਿਉਂ ਨਾ ਕੱਢੇ ਜਾਣ, ਉਹਦੇ ਸੋਲੂਸ਼ਨ, ਕਿਉਂਕਿ ਇਹ ਇਵੈਂਟਸ ਬਾਰ ਜਿੱਦਾਂ USA ਦੇ ਅੰਦਰ ਕੀ ਹੁੰਦਾ, ਸਕੂਲ 'ਚ ਬੱਚੇ ਮਾਰ ਜਾਂਦੇ ਨੇ 6 ਮਹੀਨੇ ਬਾਅਦ, ਫਿਰ ਇਵੈਂਟ ਹੋ ਜਾਂਦੀ ਹੈ, ਫਿਰ ਉਹ ਇਸ਼ੂ ਆ ਜਾਂਦਾ, ਫਿਰ ਉਹ ਸਾਇਲੈਂਟ ਹੋ ਜਾਂਦਾ। ਸੋ ਇਹ ਕੰਟੀਨਿਊਸ ਪ੍ਰੋਸੈਸ ਹੈ ਟੂ ਫਾਈਟ ਰਿਲੀਜੀਅਸ ਬਾਇਗੋਟਰੀ, to fight conflict among the religious groups. It is not one day affair, it is a continuous. You have to be always vigilant. मैं सिर्फ ਇੱਕੋ ਗੱਲ ਕਹੂੰਗਾ ਲਾਸਟ, ਕਿ ਸਾਨੂੰ ਤਮਸ ਫਿਲਮ ਜ਼ਰੂਰ ਦੇਖਣੀ ਚਾਹੀਏ, ਜਿਹੜੀ ਬਲਰਾਜ ਸਾਹਨੀ ਨੇ ਬਣਾਈ ਸੀ ਤਮਸ, ਜਿਹਦੇ ਵਿੱਚ ਜਿਹੜੇ ਬੰਦੇ ਕਰਨ ਵਾਲੇ ਸੀ ਨਾ ਜੀ, ਉਹ ਮੰਦਿਰ ਦੇ ਅੱਗੇ ਉਹਨੇ ਗਊ ਦਾ ਮਾਸ ਕੱਟ ਦਿੰਦੇ ਸੀ, ਗੇਰ ਦਿੰਦੇ ਸੀ ਰਾਤ ਨੂੰ, ਤੇ ਮਸਜਿਦ ਦੇ ਅੱਗੇ ਉਹ ਸੂਰ ਦਾ ਕਰ ਦਿੰਦੇ ਸੀ, ਉਹ ਜਦ ਕਿ ਸਵੇਰੇ ਕੀ ਹੁੰਦਾ ਸੀ, ਉਹ ਦੰਗੇ ਹੋ ਜਾਂਦੇ ਸੀ। ਬੰਦੇ ਕਰਨ ਵਾਲੇ ਉਹੀ ਹੈ। ਮੈਂ ਤੁਹਾਨੂੰ ਇੱਕ ਪਾਰਟਿਕੂਲਰ ਐਗਜ਼ਾਮਪਲ ਦਿੰਦਾ, ਵਰਲਡ 'ਚ ਕੀ ਹੋ ਰਿਹਾ, 3 ਚੀਜ਼ਾਂ ਹੈਪਨ ਹੋਈਆਂ। ਯੂਕਰੇਨ ਵਾਰ ਨੇ ਕੀ ਕੀਤਾ, ਇੰਡੀਆ ਨੂੰ, ਪਾਕਿਸਤਾਨ ਨੂੰ, ਮੁਸਲਿਮ ਵਰਲਡ ਨੂੰ, ਚਾਈਨਾ ਨੂੰ, ਰਸ਼ੀਆ ਨੂੰ ਇਕੱਠਾ ਕਰਤਾ। ਦੇ ਆਲ ਵੋਟਡ ਇਨ ਫੇਵਰ ਆਫ ਰਸ਼ੀਆ। ਨੰਬਰ 2, ਮੈਂ ਲਾਸਟ ਟੂ ਲੈਕ ਪਸ਼ੌਰਾ ਜੀ, ਇੱਕ ਰੈਜ਼ੋਲੂਸ਼ਨ ਆਇਆ ਅਗੇਂਸਟ ਈਰਾਨ UNO 'ਚ, ਉਹ ਅਮਰੀਕਾ ਨੇ ਰੱਖਿਆ, ਉਹਦੇ ਵਿੱਚ ਇੰਡੀਆ ਪਾਕਿਸਤਾਨ ਨੇ ਈਰਾਨ ਨੂੰ ਸਪੋਰਟ ਕੀਤਾ। ਤਾਂ ਮੈਂ ਸਮਝਦਾ ਕਿ ਇੰਡੀਆ ਦੇ ਇੰਟਰਸਟ 'ਚ ਹੈ ਕਿ ਜਿਹੜਾ ਵਰਲਡ ਹੈ ਨਾ, ਜਿਹਦੇ ਵਿੱਚ ਡੋਮੀਨੈਂਟ ਫੋਰਸ ਹੈ, ਜਿੱਥੇ ਸਾਡੇ ਟ੍ਰੇਡ ਨੇ ਵਧਣੇ ਹੈ ਮੁਸਲਿਮ ਕੰਟਰੀਆਂ, ਜਿੱਥੇ ਸਾਡਾ ਵਪਾਰ ਵਧਣਾ ਹੈ, ਇਕਨੋਮੀ ਨੇ ਗਰੋ ਹੋਣਾ ਹੈ, ਸਾਨੂੰ ਐਜ਼ ਏ ਨੇਸ਼ਨ, ਐਜ਼ ਏ ਸਟੇਟ ਬਹੁਤ ਮਤਲਬ ਐਗਰੈਸਿਵਲੀ, ਕਿਉਂਕਿ ਸਾਡੀ ਪ੍ਰਾਇੋਰਟੀ ਇੰਡੀਆ ਜੈਸੇ ਕੰਟਰੀ ਵਾਸਤੇ ਜੌਬਸ ਹੈ, ਸਾਡੇ ਟ੍ਰੇਡ ਐਂਡ ਕਮਰਸ ਹੈ। ਕਿੰਨਾ ਅਫਗਾਨਿਸਤਾਨ 'ਚ ਜਿਹੜਾ ਸਮਾਨ ਆਉਂਦਾ ਸੀ ਸਾਡੇ, ਉਦੋਂ ਦਾਖਾ ਆਉਂਦੀ ਸੀ, ਮਤਲਬ ਅੰਮ੍ਰਿਤਸਰ ਵਾਜ ਸੈਂਟਰ ਆਫ ਬਿਜ਼ਨਸ। ਸੋ ਸਾਰਾ ਡਿਮੋਲਿਸ਼ ਹੋ ਗਿਆ 25-50 ਸਾਲਾਂ 'ਚ, ਸਾਰਾ ਗੜਬੜ ਹੋ ਗਿਆ। ਸੋ ਆਈ ਥਿੰਕ ਸਟੇਟ ਨੂੰ ਬਹੁਤ ਸਟਰੋਂਗ ਸਟੈਪ ਲੈਣੇ ਚਾਹੀਦੇ ਹੈ, ਔਰ ਇੰਡੀਅਨ ਸਟੇਟ ਜਿਹੜਾ ਹੈ ਉਹ ਬਹੁਤ ਵੀਕ ਹੈ, ਔਰ ਪ੍ਰਾਈਮ ਮਿਨਿਸਟਰ ਬੋਲਦਾ ਹੀ ਨਹੀਂ। ਈਵਨ ਇਵੈਂਟ ਹੋ ਗਈ ਕਾਬੁਲ 'ਚ, ਹੀ ਡਿਡ ਨਾਟ ਸਪੀਕ ਐਨੀ ਵਰਡਸ, ਨਾਟ ਏ ਸਿੰਗਲ। what type of prime minister you are? ਬੋਲਣਾ ਚਾਹੀਦਾ। ਗੁਪਤਾ ਸਾਹਿਬ, ਤੁਸੀਂ ਬੜੀ ਅੱਛੀ ਗੱਲ ਕੀਤੀ ਆ। ਮੈਨੂੰ ਚੇਤਾ ਹੈਗਾ ਡੀਆਰ ਬੋਰਨ ਆ ਨਾ, ਜਿਹੜਾ ਤੁਹਾਡੇ ਡੀਆਰ ਬੋਰਨ ਦੇ ਵਿੱਚ 60 ਸਾਡੇ ਕੋਲ ਵੀ ਕਰ ਰਿਹਾ, ਉੱਥੇ ਡੀਆਰ ਬੋਰਨ ਦੇ ਵਿੱਚ 60-70 ਹੁਣ ਤਾਂ 90% ਹੀ ਹੋਣੀ ਆਬਾਦੀ ਆ ਮਿਡਲ ਈਸਟ ਦੀ ਹੈਗੀ ਆ। ਦੇਖੋ ਜਦੋਂ ਬਿਲਡਿੰਗਾਂ ਢਾਈਆਂ ਨਾ ਡਿੱਗੀਆਂ, ਉਸ ਤੋਂ ਬਾਅਦ ਆਈ ਵਾਜ਼ ਆਈ ਥਿੰਕ ਮੀਟਿੰਗ ਜਨਰਲ ਮੋਟਰ ਰਿਪੋਰਟ ਸੀਗਾ। ਸੋ ਉਸ ਵਕਤ ਲੋਕਾਂ ਨੂੰ ਇਹ ਸੀਗਾ ਵੀ ਹੁਣ ਬਹੁਤ ਬੁਰਾ ਹਾਲ ਹੋ ਜੂ, ਰਾਤ ਨੂੰ ਗੰਨਾ ਲੋਕ ਡੀਟਰੋਇਟ ਤੋਂ ਨਾ, ਡਾਊਨਟਾਊਨ ਤੋਂ ਕੰਮ ਖਰਾਬ ਕਰ ਦੇਣਗੇ, ਨਾਲ ਹੀ ਆ ਉਹ। ਪਰ ਇਟ ਨੈਵਰ ਹੈਪਨ ਐਨੀਥਿੰਗ, ਕਿਉਂਕਿ ਸਟੇਟ ਦਾ ਉੱਪਰੋਂ ਵਾਸ਼ਿੰਗਟਨ ਤੋਂ ਲਾਅ ਐਂਡ ਆਰਡਰ ਇਹੋ ਜਿਹੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਸੀ ਸਟੇਟਾਂ ਨੂੰ, ਇਟ ਨੈਵਰ ਹੈਪਨ। ਇਹਦਾ ਮਤਲਬ ਕੀ ਆ, ਜਿਹੜੇ ਲੀਡਰ ਆ ਕੰਟਰੀਆਂ ਦੇ, ਇਹ ਆਪ ਹੀ ਬੈਠੇ ਡਰਾਮਾਬਾਜ਼ੀ ਕਰੀ ਜਾ ਰਹੇ ਆ। ਇਹਨਾਂ ਨੂੰ ਬੋਲਣਾ ਚਾਹੀਦਾ, ਇਹਨਾਂ ਨੂੰ ਮੂੰਹ ਬੰਦ ਕਰਕੇ ਬੈਠਣਾ ਨਹੀਂ ਚਾਹੀਦਾ, ਪਿਆਰ ਨਾਲ ਗੱਲਾਂ ਕਰਨੀਆਂ ਚਾਹੀਦੀਆਂ। ਤੁਸੀਂ ਬਿਜ਼ਨਸ ਕਰਨਾ ਫਿਊਚਰ ਵਾਸਤੇ, ਇਕੱਲੇ ਇਸ ਕੰਟਰੀ 'ਚ ਰਹਿ ਨਹੀਂ ਸਕਦੇ, ਤੇ ਟਾਈਮ ਇਜ਼ ਗੋਨ। ਤੇ ਸੁਖਪਾਲ ਜੀ, ਫਿਰ ਆਪਾਂ ਚੀਮਾ ਸਾਹਿਬ ਆਉਣੇ। ਸੁਖਪਾਲ ਜੀ, ਤੁਸੀਂ ਆਪਣੇ ਵਿਊ ਦਿਓ ਤਾਂ ਇਸ ਮਾਮਲੇ 'ਚ। ਹਾਂਜੀ, ਮੇਰੇ ਵਿਊ ਤਾਂ ਇਹ ਹੈ, ਜਿਵੇਂ ਆਪਣੇ ਗੁਪਤਾ ਜੀ ਨੇ ਥੋੜੀ ਦੇਰ ਪਹਿਲਾਂ ਕਿਹਾ ਵੀ ਸਾਰੇ ਸਟੇਟਸ ਕੰਟਰੋਲ ਕਰਦੀਆਂ। ਮੈਂ ਵੀ ਕਰਦਾ, ਜਿੱਥੇ ਸਟੇਟ ਸਹੀ ਆ ਉੱਥੇ ਕੰਟਰੋਲ ਕਰਦੀ ਆ, ਬਟ
ਜਿਹੜੇ ਆ ਹੈਗੇ ਅਫਗਾਨਿਸਤਾਨ ਤੇ ਪਾਕਿਸਤਾਨ, these are the stateless countries, ਇੱਥੇ ਕੋਈ ਸਟੇਟ ਨਹੀਂ ਹੈਗੀ ਤੇ ਇੱਥੇ ਇਹਨਾਂ ਨੇ ਕੰਟਰੋਲ ਕੀ ਕਰਨਾ, ਉਹ ਜਿਹਨੂੰ ਦੇਖੋ ਮਾਰੀ ਜਾਂਦੇ ਆ। ਹੁਣ ਅੱਜ ਇਹਨਾਂ ਨੇ ਗੁਰਦੁਆਰੇ ਤੇ ਹਮਲਾ ਕਰਤਾ, ਕੱਲ ਨੂੰ ਸ਼ੀਆ ਸੁੰਨੀ ਵਾਲਿਆਂ ਨੂੰ ਇਹਨਾਂ ਨੇ ਰਗੜ ਦੇਣਾ। ਸੋ ਇਹਦਾ ਇੱਕੋ ਸੋਲੂਸ਼ਨ, ਉਹਦਾ ਸੋਲੂਸ਼ਨ ਕੋਈ ਨਹੀਂ ਹੈਗਾ। ਅਮਰੀਕਾ ਵੀ ਉੱਥੇ ਹੱਥ ਖੜੇ ਕਰਕੇ ਨਿਕਲ ਗਿਆ। ਸੋਲੂਸ਼ਨ ਇਹਦਾ ਇਹ ਆ ਵੀ ਜਿਹੜੀਆਂ ਮਾਈਨੋਰਿਟੀਜ਼ ਸਿੱਖ ਜਾਂ ਹਿੰਦੂ ਆ, ਉਹ ਉੱਥੋਂ ਨਿਕਲ ਜਾਣੇ ਚਾਹੀਦੇ ਆ। ਉਹੀ ਬੈਸਟ ਸੋਲੂਸ਼ਨ ਹੈਗਾ, ਹੋਰ ਕੁਝ ਨਹੀਂ ਹੋਣਾ। ਕਿਉਂਕਿ ਅਫਗਾਨਿਸਤਾਨ ਨਾਲ ਅਮਰੀਕਾ ਨੇ ਵੀ ਇੰਨਾ ਸਾਲ ਕਰਕੇ ਦੇਖ ਲਿਆ। ਉਹ ਤਾਂ ਸਿਰਫ, ਮੈਂ ਤਾਂ ਉਹ ਨਹੀਂ ਕਹਿੰਦਾ ਕੋਈ ਵਾਰ ਨਹੀਂ ਸੀਗੀ, ਉਹ ਤਾਂ ਸਿਰਫ ਆਪਣਾ ਬਿਜ਼ਨਸ ਕੰਟਰੈਕਟਰਸ ਭੇਜਦੇ ਸੀਗੇ। ਸਿਰਫ ਹੈਗਾ, ਉੱਥੇ ਵੀ ਕੋਈ ਸਟੇਟ ਨਹੀਂ ਹੈਗੀ। ਸੋ ਬਾਕੀ ਰਹੀ ਗੱਲ ਜਿਹੜੀ ਨੂਪੁਰ ਸ਼ਰਮੇ ਵਾਲੀ ਹੈਗੀ ਆ, ਜਿਹੜੇ ਉਹ ਤਾਲਿਬਾਨੀ ਆ, ਉਹਨਾਂ ਦਾ ਇੰਨਾ ਦਿਮਾਗ ਹੀ ਹੈ ਨਹੀਂਗਾ। ਉਹ ਇੱਦਾਂ ਸੋਚਦੇ, ਉਹ ਤਾਂ ਕਹਿੰਦੇ ਬਸ ਘੋੜਾ ਦੱਬੋ, ਜਿਹੜਾ ਅੱਗੇ ਆ ਗਿਆ ਮਾਰ ਦੋ। ਸੋ ਉਹਨਾਂ ਨੂੰ ਇੰਨਾ ਸੋਚਣ ਦਾ ਨਹੀਂ ਹੈਗਾ। ਅੰਦਰ ਖਾਤੇ ਤਾਂ ਸਾਰੇ ਇੱਕੋ ਹੀ ਹੁੰਦੇ ਆ। ਇਹ ਤਾਲਿਬਾਨੀ ਵੀ ਰਾਹ ਵਾਲਿਆਂ ਨਾਲ ਖਾਂਦੇ ਹੋਣੇ, ਇੱਦਾਂ ਦੀ ਕੋਈ ਗੱਲ ਨਹੀਂ। ਮਰਦਾ ਤਾਂ ਆਮ ਬੰਦਾ ਹੀ ਹੈ ਜੀ। ਤੇ ਇਹਦੇ ਵਿੱਚ ਸੁਧਾਰ ਕੋਈ ਨਹੀਂ ਹੋ ਸਕਦਾ। ਇਹ ਦੋਵੇਂ ਕੰਟਰੀਆਂ ਜਿਹੜੀਆਂ ਦੇ ਆਰ ਗੋਇੰਗ ਟੂਵਰਡਸ ਦਾ ਵਰਸ। ਮੈਨੂੰ ਲੱਗਦਾ ਵੀ ਪਾਕਿਸਤਾਨ ਵੀ ਬੜੀ ਛੇਤੀ ਉਹ ਸ਼੍ਰੀਲੰਕਾ ਵਾਲਾ ਕੰਮ ਹੋ ਜਾਣਾ ਉੱਥੇ, ਤੇ ਉੱਥੇ ਅਫਗਾਨਿਸਤਾਨ 'ਚ ਜਿਹੜਾ ਹੈਗਾ ਉੱਥੇ ਵੀ ਬੜੀ ਛੇਤੀ, ਜਿੱਦਾਂ ਵੀ ਸਮਝ ਲਓ ਵੀ ਫੈਮੀਨ ਹੀ ਪੈ ਜਾਣੀ। ਸਾਰੇ ਉਹਦੇ ਜੋ ਵੀ ਗ੍ਰਾਂਟਸ ਹੈਗੀਆਂ ਜਾਂ ਜੋ ਵੀ UN ਵੱਲੋਂ ਆਉਂਦੇ ਉਹ ਵੀ ਬੰਦ ਆ। ਸੋ ਆਪਣੇ ਲੋਕਾਂ ਲਈ ਤਾਂ ਮੈਂ ਤਾਂ ਇਹੀ ਵਿਸ਼ ਕਰਦਾ ਵੀ ਹਿੰਦੂ ਸਿੱਖ ਜਿੰਨੇ ਮਾਈਨੋਰਟੀਜ਼ ਆ, ਕ੍ਰਿਸਚਨਸ ਆ, ਉੱਥੋਂ ਨਿਕਲ ਜਾਣੇ ਚਾਹੀਦੇ, ਹੋਰ ਕੰਟਰੀਜ਼ 'ਚ ਆ ਜਾਣੇ ਚਾਹੀਦੇ। ਕੈਨੇਡਾ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈਗਾ, ਕਿਉਂਕਿ ਜ਼ਿਆਦਾ ਫੈਮਿਲੀਜ਼ ਨਹੀਂ ਹੈਗੀਆਂ। ਜੇ ਕੈਨੇਡਾ ਸਰਕਾਰ ਹਜ਼ਾਰਾਂ ਦੇ ਜਾਂ ਸੀਰੀਅਨ ਜਾਂ ਦੂਜੇ ਰੈਫਿਊਜੀਜ਼ ਲਿਆ ਸਕਦੇ ਆ, ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ, ਇੱਥੇ ਆ ਕੇ ਸਿਸਟਮ ਤੇ ਬੋਝ ਬਣਨਾ। ਜਿਹੜੇ ਉੱਥੇ ਬੰਦੇ ਬੈਠੇ ਆ ਆਪਣੇ ਪਾਕਿਸਤਾਨ ਹੋਰ ਅਫਗਾਨਿਸਤਾਨ 'ਚ, ਹਿੰਦੂ ਹੋਏ ਜਾਂ ਸਿੱਖ ਹੋਏ, ਵਪਾਰੀ ਟਾਈਪ ਹੈਗੇ, ਮਿਹਨਤੀ ਲੋਕ ਆ, ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿਓ, ਮਿਹਨਤ ਕਰਨਗੇ। ਇੱਦਾਂ ਨਹੀਂ ਹੈਗਾ। ਸੋ ਪਿੱਛੇ ਜੇ ਕਿਰਾਇਆ ਵੀ ਸੀਗਾ 2-3-4 ਸਾਲ ਪਹਿਲਾਂ ਕੈਲਗਰੀ ਦੇ MP ਸੀਗੇ, 1-2 MP ਤੇ ਟੋਰਾਂਟੋ ਦੇ ਸੀਗਾ। ਕੁਝ ਫੈਮਲੀਜ਼ ਲੈਂਦੀਆਂ ਸੀ ਅਫਗਾਨ ਫੈਮਲੀਜ਼, ਐਂਡ ਦੇ ਆਰ ਡੂਇੰਗ ਵੈਲ। ਸੋ ਮੇਰਾ ਤਾਂ ਇਹ ਵਿਚਾਰ ਹੈਗਾ ਜੀ। ਥੈਂਕ ਯੂ। ਇੱਕੋ ਹੀ ਸੋਲੂਸ਼ਨ ਹੈਗਾ ਵੀ ਸਭ ਨੂੰ ਨਿਕਲ ਜਾਣਾ ਚਾਹੀਦਾ ਉੱਥੋਂ। ਵੈਰੀ ਗੁੱਡ। ਓਕੇ, ਚੀਮਾ ਸਾਹਿਬ ਤੁਹਾਡਾ ਮਿਊਟ ਹੈ। ਹਾਂਜੀ, ਥੈਂਕ ਯੂ। ਥੈਂਕ ਯੂ। ਨਹੀਂ, ਸਾਰਿਆਂ ਨੇ ਆਲਮੋਸਟ ਕਵਰ ਕਰ ਦਿੱਤਾ ਹੈਗਾ। ਤੇ ਜਿਹੜੀ ਆਪਾਂ ਪਹਿਲਾਂ ਡਿਸਕਸ਼ਨ 'ਚ ਦੱਸ ਰਹੇ ਸੀ ਪਿਸ਼ੌਰਾ ਸਿੰਘ ਜੀ, ਤੇ ਫੈਕਟ ਉਹੀ ਹੈਗਾ ਕਿ ਸਿੱਖਾਂ ਨੂੰ ਸਾਰੇ ਪਾਸੇ ਮਾਰ ਪਈ, ਚਾਹੇ USA 'ਚ ਮੁਸਲਮਾਨਾਂ ਭੁਲੇਖੇ ਮਾਰੀ ਜਾਂਦੇ ਉਹਨਾਂ ਕਰਕੇ, ਤੇ ਇੱਧਰ ਹਿੰਦੂ ਵਾਲੇ ਭੁਲੇਖੇ ਮਾਰੀ ਜਾਂਦੇ ਵੀ ਹਿੰਦੂ ਸਿੱਖਾਂ ਨੂੰ ਇੱਕੋ ਹੀ ਗਿਣਦੇ ਨੇ ਵੀ ਇਹਦਾ ਇਕੱਠੇ ਹੀ ਨੇ। ਦੇਖੋ, USA ਦੀ ਜਿਹੜੀ ਲੜਾਈ ਸੀ ਉਹ ਮੇਬੀ 9/11 ਤੋਂ ਬਾਅਦ ਹੋਈ ਜਾਂ ਪਹਿਲਾਂ ਸ਼ੁਰੂ ਹੋਈ, ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ। ਪਰ ਜਿਹੜੀ ਵਿਦਨ ਇੰਡੀਆ ਹੈਗੀ ਆ, ਇਹ ਚੱਲਦੀ ਤਾਂ ਸ਼ੁਰੂ ਤੋਂ ਹੀ ਹੈ, ਘੱਟ ਵੱਧ ਆਪਸ ਵਿੱਚ ਪਾਕਿਸਤਾਨ ਕਰਕੇ ਜਾਂ ਕਿਵੇਂ ਸੀ। ਪਰ ਜਿਹੜੀ ਐਂਟੀ ਮੁਸਲਿਮ ਸਪੈਸ਼ਲੀ ਆਈ ਹੈਗੀ ਹੈ, ਉਹ ਲਾਸਟ 8 years ਆਈ ਹੈ। ਔਰ ਜਿਹਨੇ ਨੰਗੇ ਚਿੱਟੇ ਹੋ ਕੇ ਬੇਸ਼ਰਮੀ ਨਾਲ ਇਹ ਕੀਤਾ ਜਾ ਰਿਹਾ ਹੈ, ਤੇ ਨੈਚੁਰਲੀ ਕਿਤੇ ਨਾ ਕਿਤੇ ਰਿਐਕਸ਼ਨ ਤਾਂ ਉਹਦਾ ਹੋਣਾ ਡੇਲੀ। ਔਰ ਇਹਦੇ ਪੂਰੇ ਉੱਪਰੋਂ ਸਪੋਰਟ ਦੇ ਨਾਲ ਹੁੰਦਾ, ਐਵੇਂ ਨਹੀਂ ਕਿ ਥੱਲੋਂ ਕੋਈ ਸਟੇਟਮੈਂਟ ਦੇ ਦਿੰਦਾ ਹੈਗਾ। ਐਂਡ ਦਿਸ ਇਜ਼ ਨਾਟ ਦਾ ਫਸਟ ਟਾਈਮ, ਪਰ 8 years ਕੰਟੀਨਿਊਸਲੀ ਇਹ ਹੋ ਰਿਹਾ ਹੈਗਾ। ਔਰ ਸ਼ਰੇਆਮ ਉੱਥੇ ਗੁੰਡਾਗਰਦੀ, ਨਾਚ ਹੋ ਰਿਹਾ ਸਭ ਕੁਝ, ਐਂਡ ਨੋਬਡੀ ਲਿਸਨਸ। ਜਦੋਂ ਜਿਹਨੂੰ ਕਰਨਾ ਹੁੰਦਾ, ਜੇ ਕੋਈ ਇਹ ਪ੍ਰੋਟੈਸਟ ਕਰਦਾ, ਚੱਕ ਕੇ ਉਹਦੇ ਬਿਲਡਿੰਗਾਂ ਬਿਨਾਂ ਕਿਸੇ ਲਾ ਤੋਂ ਬੁਲਡੋਜ਼ਰ ਫੇਰ ਦਿੰਦੇ ਨੇ ਤੇ ਦੂਜਿਆਂ ਨੂੰ ਪ੍ਰੋਟੈਕਟ ਕਰਦੇ। ਪਰ ਸੋ ਵਨ ਸਾਈਡਡ ਕਿਤੇ ਨਾ ਕਿਤੇ ਰਿਐਕਸ਼ਨ। ਉਹ ਹੁਣ ਸੀਸੀ ਆ, ਉਹਨਾਂ ਨੇ ਐਕਸਟ੍ਰੀਮ ਨਾਂ ਲੈ ਕੇ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਦਾ ਉਸ ਹਿਸਾਬ ਨਾਲ ਰਿਐਕਸ਼ਨ ਕਿਉਂ ਵਰਲਡ ਵਾਈਡ ਹੋਇਆ, ਬਾਕੀ ਕੰਟਰੀ ਨੇ ਰਿਐਕਟ ਕੀਤਾ। ਦੈਟ ਇਜ਼ ਵਾਈ ਇਹ ਸਾਇਲੈਂਟ ਨੇ। ਪਰ ਆਪਣੇ ਬੰਦਿਆਂ ਤੇ ਐਕਸ਼ਨ ਫਿਰ ਤੁਸੀਂ ਕਹਿੰਦੇ ਥੋੜਾ ਬਹੁਤਾ ਕਰ ਰਹੇ ਨੇ, ਗੂੰਗਲਾਂ ਤੋਂ ਮਿੱਟੀ ਝਾੜ ਰਹੇ ਨੇ। ਉਹ ਵੀ ਸਿਰਫ ਇਸੇ ਕਰਕੇ ਕਿ ਅਰਬ ਕੰਟਰੀ ਨੇ, ਬਾਕੀਆਂ ਨੇ ਕੀਤਾ ਹੈਗਾ ਮਿਡਲ ਈਸਟ ਸਾਡੇ ਨੂੰ ਪ੍ਰੋਟੈਸਟ। ਅਦਰਵਾਈਜ਼ ਇਹਨਾਂ ਨੇ ਇਹ ਵੀ ਨਹੀਂ ਸੀ ਕਰਨਾ ਹੈਗਾ। ਸੋ ਇਹ ਗੱਲ ਹੈ ਕਿ ਸਾਨੂੰ ਦੂਜੀ ਗੱਲ, ਹੁਣ ਆਪਣਾ ਸੁਖਪਾਲ ਜੀ ਨੇ ਦੱਸਿਆ ਸੀ ਵੀ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਸਟੇਟਲੈਸ ਕੰਟਰੀ ਨੇ, ਜਿਵੇਂ ਐਟਲੀਸਟ ਸਾਡੀ ਤਾਂ ਡੈਮੋਕ੍ਰੇਸੀ ਹੈਗੀ, ਵੀ ਹੈਵ ਟੂ ਪ੍ਰੋਟੈਕਟ, ਸਾਨੂੰ ਸਾਰਿਆਂ ਦੇ ਰਾਈਟ ਦੇਖਣੇ ਪੈਣਗੇ। ਤੇ ਜਦੋਂ ਅਸੀਂ ਦੰਗੇ ਚਿੱਟੇ ਹੋ ਗਏ, ਇੱਕ ਸਾਈਡ ਨੂੰ ਦੂਜੇ ਦੇ ਅਗੇਂਸਟ ਪ੍ਰਵੋਕ ਕਰਾਂਗੇ, ਸਪੋਰਟ ਕਰਾਂਗੇ, ਤਾਂ ਅਸੀਂ ਕਿਵੇਂ ਜਸਟਿਸ ਦੀ ਉਮੀਦ ਕਰ ਸਕਦੇ? ਨੈਚੁਰਲੀ ਕਿਤੇ ਨਾ ਕਿਤੇ ਰਿਐਕਸ਼ਨ ਹੋਏਗਾ, ਐਂਡ ਇਟ ਇਜ਼ ਅ ਪਾਰਟ ਆਫ ਦੈਟ ਰਿਐਕਸ਼ਨ ਐਜ਼ ਵੈਲ। ਮੈਂ ਇੱਕ ਗੱਲ ਕਹਿਣਾ ਚਾਹੂੰਗਾ। ਸੁਖਪਾਲ ਜੀ ਨੇ ਜਿਹੜਾ ਸੋਲੂਸ਼ਨ ਦਿੱਤਾ ਨਾ, ਫਿਰ ਤਾਂ ਜਿਹੜੀ ਦਿੱਲੀ ਰਾਈਟਸ ਆ, ਫਿਰ ਸਾਰੇ ਸਿੱਖ ਕੈਨੇਡਾ ਆ ਜਾਣੇ ਚਾਹੀਦੇ ਨੇ, ਕਿਉਂਕਿ ਦਿੱਲੀ ਰਾਈਟਸ ਵੀ ਤਾਂ ਹੋਏ ਨਾ। ਫਿਰ ਗੁਜਰਾਤ ਰਾਈਟਸ ਹੋਏ, ਜਿਹਦੇ 'ਚ ਬਹੁਤ ਸਾਰੇ ਮੁਸਲਮਾਨ ਮਰੇ, ਬਾਬਰੀ ਮਸਜਿਦ ਮਰੇ। ਫਿਰ ਮੁਸਲਮਾਨ ਸਾਰੇ ਪਾਕਿਸਤਾਨ ਚਲੇ ਜਾਈਏ, ਉਹ ਸੋਲੂਸ਼ਨ ਨਹੀਂ ਹੈਗੇ। ਇਹ ਸੋਲੂਸ਼ਨ ਨਹੀਂ, ਇਹ ਸ਼ਾਰਟ ਟਰਮ ਸੋਲੂਸ਼ਨ ਜ਼ਰੂਰ ਹੈ, ਪਰ ਜਿਹੜੀ ਸਟੇਟ ਹੈ ਨਾ, ਚਾਹੇ ਉਹ ਅਫਗਾਨੀ, ਦੇਖੋ ਅਫਗਾਨਿਸਤਾਨ ਦੀ ਜਨਤਾ ਸੁੱਤੀ ਪਈ ਸੀ, ਅਮਰੀਕਾ ਨੇ ਉਹਨੂੰ ਜਗਾਤਾ, ਹਥਿਆਰ ਬਹੁਤ ਅਫਗਾਨਿਸਤਾਨ 'ਚ। ਸੋ ਉਹਦਾ ਇਹ ਜਿਹੜਾ ਇਵੈਂਟ ਹੋਇਆ ਨਾ ਅਵਤਾਰ ਜੀ, ਇਹ ਆਈ ਥਿੰਕ ਕੋਈ ਬਹੁਤ ਲੰਬਾ ਇਵੈਂਟ ਨਹੀਂ ਚੱਲੂਗਾ। ਇਹ ਠੀਕ ਹੈ, ਬੜਾ ਟ੍ਰੈਜਿਕ ਚੀਜ਼ਾਂ ਹੁੰਦੀਆਂ ਹੈ, ਕਿਉਂਕਿ ਮਿਸ਼ੀਵੀਅਸ ਐਲੀਮੈਂਟ ਤਾਂ ਦੇਖੋ
ਹਰ ਕਮਿਊਨਿਟੀ 'ਚ ਬੈਠੇ, ਹਰ ਕਮਿਊਨਿਟੀ 'ਚ। ਤੁਸੀਂ ਕਿਉਂਕਿ ਗੁਜਰਾਤ ਰਾਈਟਸ ਜਦੋਂ ਹਿਸਟਰੀ ਦੇਖੋ, ਕੋਰਟਾਂ ਨੇ ਤਾਂ ਮੋਦੀ ਨੂੰ ਟੋਟਲੀ ਬਰੀ ਕਰਤਾ। ਤੇ ਜੇ ਇੰਡੀਅਨ ਸਟੇਟ, ਇੰਡੀਆ ਜੈਸੇ ਕੰਟਰੀ ਦੇ ਅੰਦਰ ਜਿਹੜੀ ਸਟੇਟ ਡੈਮੋਕ੍ਰੇਸੀ ਕਹੀ ਜਾਂਦੀ ਹੈ, ਸੋ ਕਾਲ, ਮਤਲਬ ਚਲੋ ਆਈ ਐਮ ਨਾਟ ਸੇਇੰਗ ਕਿਉਂਕਿ ਵੋਟਾਂ ਦਾ ਰਾਜ ਹੈ, ਕੋਈ ਵੀ ਬੰਦਾ ਜਿੱਤ ਸਕਦਾ ਹੈ ਰਿਲੀਜੀਅਸ ਨੂੰ ਯੂਜ਼ ਕਰਕੇ। ਅਗਰ ਇੰਡੀਆ ਜੇ ਸਿਚੁਏਸ਼ਨ ਹੈ ਤਾਂ ਅਫਗਾਨਿਸਤਾਨ ਤਾਂ ਕਿਹੜੇ ਬਾਗ ਦੀ ਮੂਲੀ ਹੈ। ਮਤਲਬ ਮੈਂ ਇਹ ਕਹਿ ਰਿਹਾ ਵੀ ਇਹ ਠੀਕ ਹੈ ਤੁਹਾਡੀ ਗੱਲ, ਬੰਦੇ ਸਫਰਰ ਹੁੰਦੇ ਨੇ, ਬੰਦਿਆਂ ਨੂੰ ਬੰਦੇ ਕਿਉਂਕਿ ਆਪਣੀ ਲਾਈਫ ਤੋਂ ਹਰ ਇੱਕ ਬੰਦਾ ਡਰਦਾ ਹੀ ਹੈ ਨਾ ਕਿੰਨਾ ਸਟਰੋਂਗ ਹੈ। ਠੀਕ ਹੈ ਉਹ ਟੈਂਪਰੇਰੀ ਸੋਲੂਸ਼ਨ ਹੈਗੇ, ਪਰ ਕੀ ਇਹ ਚੀਜ਼ ਇਵੈਂਟ ਖਤਮ ਹੋ ਜਾਏਗੀ? ਸੋ ਇਹਦੇ ਬਾਰੇ ਨਾ ਕੋਈ ਵੀ ਪ੍ਰਾਈਮ ਮਿਨਿਸਟਰ, ਦੇਖੋ ਇੰਡੀਆ ਜਿਹੜਾ ਨਾ ਬਿਗ ਬ੍ਰਦਰ ਹੈ ਸਾਰੇ ਏਸ਼ੀਆ 'ਚ, ਜਿਹਦੇ ਵਿੱਚ ਬੰਗਲਾਦੇਸ਼ ਹੈ, ਪਾਕਿਸਤਾਨ ਹੈ, ਇੱਧਰ ਸ਼੍ਰੀਲੰਕਾ ਹੈ, ਇੱਧਰ ਅਫਗਾਨਿਸਤਾਨ ਹੈ। ਇੰਡੀਆ ਹੈਜ਼ ਟੂ ਪਲੇ ਵੈਰੀ ਇੰਪੋਰਟੈਂਟ ਰੋਲ। ਇੰਡੀਆ ਐਜ਼ ਏ ਨੇਸ਼ਨ, ਇੰਡੀਆ ਐਜ਼ ਏ ਸਟੇਟ ਐਂਡ ਦੀ ਪੋਲੀਟੀਕਲ ਲੀਡਰਸ਼ਿਪ ਇਨ ਇੰਡੀਆ। ਹੁਣ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜਾ ਰਿਪਰੈਜ਼ੈਂਟ ਸੋ ਕਾਲਡ ਸਿੱਖਾਂ ਨੂੰ ਕਰਦਾ, ਇਹ ਬੋਲਦੇ ਨਹੀਂ। ਤੁਸੀਂ ਕੁਛ ਤਾਂ ਯਾਰ ਨੂਰਪੁਰ ਸ਼ਰਮਾ, ਦੇਖੋ ਗੱਲ ਇਹ ਹੈ ਕਿ ਅਸੀਂ ਹਰ ਗੱਲ ਚੀਜ਼ ਦੇ ਖਿਲਾਫ ਬੋਲਦੇ ਆ ਐਜ਼ ਰਿਲੀਜੀਅਸ ਬੋਡੀ, ਚਾਹੇ ਉਹ ਨੂਰਪੁਰ ਸ਼ਰਮਾ ਸਟੇਟਮੈਂਟ ਦਿੰਦੀ ਹੈ। ਅੱਛਾ ਇਹਨਾਂ ਦੀ ਸਿਕਿਉਰਿਟੀ ਕਰਤੀ ਹੈ ਜੈਟ ਸਿਕਿਉਰਿਟੀ, ਨੂਰਪੁਰ ਸ਼ਰਮਾ ਦੀ, ਕਈ ਬੀਜੇਪੀ ਦੇ ਲੀਡਰਾਂ ਦੀ ਜੈਟ ਸਿਕਿਉਰਿਟੀ ਹੈ। ਸੋ ਇਹ ਸਾਰੀ ਚੀਜ਼ਾਂ ਇਹ ਇਵੈਂਟ ਇਹ ਸ਼ਾਰਟ ਟਰਮ ਸੋਲੂਸ਼ਨ ਹੈ ਵੀ ਮਾਈਗ੍ਰੇਟ ਕਰ ਦੋ, ਚਲੋ ਉਹ ਤਾਂ ਬੰਦੇ ਨੇ ਜਿਹਨੇ ਜਾਣਾ ਜਿੱਥੇ ਰਹੇਗਾ। ਅੱਛਾ ਤੁਹਾਡਾ ਪਿਸ਼ੌਰਾ ਸਿੰਘ ਜੀ, ਤੁਹਾਨੂੰ ਕੁਐਸਚਨ ਆ, ਅਗਰ ਉਹ ਸ਼ਰਮਾ ਜਿਹੜੀ ਲੇਡੀ ਹੈਗੀ ਆ, ਜੇ ਅਗਰ ਉਹ ਇਹ ਨਾ ਇਸ ਤਰ੍ਹਾਂ ਦੀ ਇਨਸਲਟ ਕਰਦੀ, ਪ੍ਰੋਫਿਟਸ ਦੀ ਨਾ ਕਰਦੀ, ਤੁਹਾਡਾ ਮਤਲਬ ਇਹ ਹੋਣਾ ਨਹੀਂ ਸੀ ਕੰਮ? ਵੇਖੋ ਜੇ ਇਹ ਜਿਹੜੀਆਂ ਇਹੋ ਜਿਹੀਆਂ ਸਿਚੁਏਸ਼ਨਸ ਨਾ, ਦੇ ਆਰ ਲੁਕਿੰਗ ਫॉर ਐਨੀ ਐਕਸਕਿਊਜ਼। ਉਹ ਇਹ ਕੁਝ ਉਹ ਇਹ ਨਾ ਹੁੰਦਾ ਤੇ ਕੋਈ ਹੋਰ ਬਹਾਨਾ ਹੁੰਦਾ। ਉਹ ਜਿਸ ਤਰ੍ਹਾਂ ਸੁਕਾਲ ਉਹਨਾਂ ਆਖਿਆ ਨਾ ਵੀ ਉਹ ਸਟੇਟਲੈਸ ਹੈਗਾ, ਉੱਥੇ ਕੋਈ ਲਾ ਨਹੀਂ, ਕੋਈ ਆਰਡਰ ਨਹੀਂ ਹੈਗਾ, ਉੱਥੇ ਮਾਈਨੋਰਿਟੀਜ਼ ਦਾ ਉੱਥੇ ਰਹਿਣਾ ਇਸ ਵੇਲੇ ਜਿਹੜਾ ਉਹ ਇਸੇ ਤਰ੍ਹਾਂ ਹੀ ਆ, ਉਹ ਉਹਨਾਂ ਦਾ ਮਰਨਾ ਹੀ ਹੈ ਜੇ ਮਤਲਬ ਉਹ ਰਹਿਣਗੇ ਉੱਥੇ ਦੇ। ਗੁਪਤਾ ਸਾਹਿਬ ਨੇ ਜਿਸ ਤਰ੍ਹਾਂ ਆਖਿਆ, ਆਈ ਬੈਕ ਟੂ ਡਿਫਰ ਅ ਲਿਟਲ ਬਿਟ, ਕਿਉਂਕਿ ਗੁਜਰਾਤ ਨਾਲ ਆਪਾਂ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਗੁਜਰਾਤ ਦੇ ਮੁਸਲਮਾਨ ਜਿਹੜੇ ਉਹ ਕਿੱਥੇ ਜਾਣ? ਗੁਜਰਾਤ ਤਾਂ ਉਹਨਾਂ ਮੁਸਲਮਾਨਾਂ ਦਾ, ਉਹ ਤਾਂ ਦੇਸ਼ ਹੈ ਉਹਨਾਂ ਦਾ। ਪਰ ਇਹ ਜਿਹੜੇ ਉੱਥੇ ਮਾਈਨੋਰਿਟੀ ਆ, ਉਹਨਾਂ ਦਾ ਦੇਸ਼ ਹਿੰਦੁਸਤਾਨ ਆ। ਉਹ ਉੱਥੇ ਟ੍ਰੇਡਰਸ ਦੇ ਤੌਰ ਤੇ ਨੇ, ਉੱਥੇ ਇਮੀਗ੍ਰੈਂਟਸ ਦੇ ਤੌਰ ਤੇ ਨੇ, ਜਾਂ ਕਿਸ ਤਰ੍ਹਾਂ ਨੇ, ਉੱਥੇ ਸਿਟੀਜ਼ਨ ਵੀ ਹੋਣਗੇ। ਪਰ ਇਹ ਹੈ ਵੀ ਜਿਹੜੇ ਹਾਲਾਤ ਹੁਣ ਉੱਥੇ ਬਣੇ ਨੇ, ਉਹ ਤੇ ਆਪਣੇ ਬੰਦਿਆਂ ਦਾ ਜਿਹੜਾ ਉਹ ਉਹਨਾਂ ਦੇ ਕੁਛ ਨਹੀਂ ਲੱਗਦੇ, ਆਪਣੇ ਬੰਦਿਆਂ ਨੂੰ ਉਡਾਈ ਜਾਂਦੇ, ਮਰ ਜਾਂਦੇ ਨੇ। ਤੇ ਫਿਰ ਇਹ ਬੰਦੇ ਜਿਹੜੇ ਨੇ, ਜਿਹੜੇ ਜਿਨ੍ਹਾਂ ਦੀਆਂ ਰੂਟਸ ਆਪਣੇ ਇੰਡੀਆ ਨਾਲ ਹੈਗੀਆਂ ਨੇ ਤੇ ਇਹਨਾਂ ਦੇ ਲਿੰਕ ਨੇ, ਫੈਮਲੀਜ਼ ਉਹਨਾਂ ਦੀਆਂ ਇੱਥੇ ਨੇ। ਹੁਣ ਜਿਹੜਾ ਉੱਥੇ ਬੰਦਾ ਮਰਿਆ, ਉਹਦਾ ਪਰਿਵਾਰ ਇੱਥੇ ਦਿੱਲੀ ਰਹਿੰਦਾ, ਔਰ ਉਹ ਮਹੀਨਿਆਂ ਤੋਂ ਲੈ ਕੇ ਉਹ ਕਹਿ ਰਹੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਉੱਥੇ ਬੜਾ ਖਤਰਨਾਕ ਹੈ, ਅਸੀਂ ਉਹਨੇ ਵੀ ਤੂੰ ਦੁਕਾਨ ਆਪਣੀ ਛੱਡ ਕੇ ਆ ਜਾ। ਉਹਦਾ ਵੀ ਮੈਂ ਆਵਾਂ ਕਿਵੇਂ, ਮੈਨੂੰ ਵੀਜ਼ਾ ਮਿਲੇ ਤੇ ਮੈਂ ਆਵਾਂਗਾ ਨਾ। ਤੇ ਉਹ ਉੱਥੋਂ ਮਤਲਬ ਇਹ ਸਿਚੁਏਸ਼ਨ ਹੈਗੀ। ਸੋ ਉੱਥੋਂ ਇਸ ਵੇਲੇ ਤਾਂ ਬੰਦਿਆਂ ਨੂੰ ਉੱਥੋਂ ਜਿਹੜੇ ਮਾਈਨੋਰਿਟੀ ਹੈਗੇ ਆ, ਜਿਹੜੇ ਮੌਤ ਦੇ ਮੂੰਹ ਹੋ ਗਏ, ਆਪਾਂ ਵਾਸਤੇ ਗੱਲ ਕਰ ਲੈਣੀ ਸੌਖੀ ਆ ਵੀ ਇਹ ਟੈਂਪਰੇਰੀ ਸੋਲੂਸ਼ਨ ਹੈ, ਤਾਂ ਪੱਕਾ ਫਿਰ ਸੋਲੂਸ਼ਨ ਕੀ ਹੈ? ਜੇ ਐਸਜੀਪੀਸੀ ਬੋਲੇਗੀ ਵੀ ਤੇ ਕੀ ਕਰ ਲਵੇਗੀ? ਉਹ ਉਹਨਾਂ ਨੂੰ ਹਟਾ ਥੋੜਾ ਸਕਦੀ ਹੈ। ਜਿਹੜੇ ਬੰਦੇ ਇਸ ਵੇਲੇ ਮੌਤ ਦੇ ਮੂੰਹ ਵਿੱਚ ਨੇ, ਉਹਨਾਂ ਨੂੰ ਉੱਥੋਂ ਜਿਹੜਾ ਨਾ ਸੇਫਲੀ ਉਹਨਾਂ ਨੂੰ ਕੱਢ ਲੈਣਾ ਠੀਕ ਹੈ। ਉਦੋਂ ਗਾਂ ਜੋ ਗੱਲ ਹੋਵੇ ਉਹ ਫਿਰ ਦੇਖੀ ਜਾਵੇ। ਇੱਕ ਪੁਆਇੰਟ ਬੋਲਣਾ ਹੈ ਸੁਖਵਾਲ ਜੀ ਨੂੰ ਚਾਂਸ ਦੇਣਾ ਹੈਗਾ, ਉਹ ਹੱਥ ਖੜਾ ਕੀਤਾ ਉਹਨਾਂ। ਸੁਖਵਾਲ ਜੀ। ਹਾਂਜੀ, ਮੈਂ ਉਹ ਗੱਲ ਗੁਪਤਾ ਜੀ ਦੀ ਗੱਲ ਨੂੰ ਮਾੜਾ ਜਵਾਬ ਦਊਂਗਾ। ਜਿਵੇਂ ਗੁਪਤਾ ਜੀ, ਇਹ ਤਾਂ ਸਾਰੇ ਸਿੱਖ ਕੈਨੇਡਾ ਆ ਜਾਣੇ ਚਾਹੀਦੇ ਤੇ ਮੁਸਲਮਾਨ ਗੁਜਰਾਤ ਤੋਂ। ਦੇਖੋ ਗੁਪਤਾ ਜੀ, ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਆ, ਇਟ ਡਿਸਕ੍ਰਾਈਬਸ ਇੰਡੀਆ ਐਜ਼ ਅ ਸੈਕੂਲਰ ਸਟੇਟ। ਪਾਕਿਸਤਾਨ ਔਰ ਅਫਗਾਨਿਸਤਾਨ ਕਿਹੜੇ ਬੇਸ ਤੇ ਬਣਿਆ? ਦੇ ਆਰ ਨਾਟ ਸੈਕੂਲਰ ਸਟੇਟ, ਦੇ ਆਰ ਰਿਪਬਲਿਕ ਆਫ ਇਸਲਾਮਿਕ ਕੰਟਰੀਜ਼। ਜੇ ਤੁਸੀਂ ਦੇਖੋਗੇ ਪਾਕਿਸਤਾਨ ਦਾ ਹੈਗਾ ਪਾਸਪੋਰਟ ਤੇ ਕੀ ਲਿਖਿਆ ਹੁੰਦਾ? ਰਿਪਬਲਿਕ ਆਫ ਇਸਲਾਮਿਕ। ਠੀਕ ਹੈ ਜੀ। ਤਾਂ ਮਤਲਬ these countries are formed on the base of religion। ਉਹਨਾਂ ਤੋਂ ਤੁਸੀਂ ਕੋਈ ਆਸ ਵੀ ਨਹੀਂ ਜਿੱਥੇ ਉਹ ਤੁਹਾਡੇ ਨਾਲ ਕੋਈ ਮਾਈਨੋਰਿਟੀਜ਼ ਨਾਲ ਵੈਲ ਬਿਹੇਵ ਕਰਨਗੇ। ਉਹ ਚੰਗਾ ਹੈਗਾ ਜੀ। ਤੱਕ ਮੈਂ ਤਾਂ ਬੜਾ ਹੈਰਾਨ ਹਾਂ ਵੀ ਉਹ ਜਿਹੜੀਆਂ 100-150 ਫੈਮਲੀਜ਼ ਜਿੰਦੀਆਂ ਹੈਗੀਆਂ, ਕਿਉਂਕਿ ਉੱਥੇ ਤਾਂ ਗਲੀ ਚ AK-47 ਲੈ ਕੇ ਘੁੰਮ ਰਹੇ ਆ। ਜਿੱਥੇ ਦੇਖੋ, ਜਿੱਥੇ ਅਮਰੀਕਾ ਫੇਲ ਹੋ ਗਿਆ, ਠੀਕ ਹੈ ਨਾ, ਉੱਥੇ ਬਾਕੀ ਦੀ ਕੀ ਹੈਗੀ? ਉਹਨਾਂ ਨੂੰ ਤਾਂ ਮੈਂ ਤਾਂ ਇਹੀ ਕਹੂੰਗਾ ਉਹਨਾਂ ਨਿਕਲ ਆਉਣਾ ਚਾਹੀਦਾ। ਦੂਜਾ, ਜਿਹੜੀ ਕੈਨੇਡਾ ਸਰਕਾਰ ਨੂੰ ਵੀ ਆ, ਇਹਨਾਂ ਨੂੰ ਸੁਹਿਰਦ ਹੋਣਾ ਚਾਹੀਦਾ। ਜੇ ਤੁਸੀਂ ਇੱਥੇ ਅਸੀਂ ਬੇਕਾਰ ਬੰਦੇ ਲਿਆ ਕੇ ਬਿਠਾ ਦਿੰਦੇ ਆ, ਤੇ ਉਹ ਤਾਂ ਫਿਰ ਵੀ ਮਿਹਨਤੀ ਬੰਦੇ ਆ। ਇੱਥੇ ਸਾਡੇ ਸਿੱਖਾਂ ਨੇ ਕੰਟਰੀ ਬਿਲਡ ਕੀਤਾ ਆ। ਸਿੱਖਾਂ ਨੇ ਮਤਲਬ ਸਾਰੀ ਸਿੱਖਾਂ ਤੇ ਪੰਜਾਬੀਆਂ ਨੇ, ਸਾਰੇ ਹਿੰਦੂ ਵੀ ਕੋਈ ਬਾਹਰ ਨਹੀਂ, ਮਤਲਬ ਸਾਰੇ ਠੀਕ ਆ, ਮਿਹਨਤ ਕਰ ਰਹੇ ਆ। ਹਫ਼ਤੇ ਦਾ ਹਫ਼ਤੇ ਲੈ ਕੇ ਖਾਂਦੇ ਨਹੀਂ ਗਏ ਤਾਂ ਕੋਈ ਕੰਮ ਨਹੀਂ ਕਰਦੇ। ਹੁਣ ਇੱਥੇ ਸਾਡੇ ਵਿੰਦਰ ਵਿੱਚ 25% ਇਹ ਲੋਕ ਹੈਗੇ ਆ
ਟਰੂਡੋ ਸਾਹਿਬ ਬੜਾ ਆਪਣੇ ਆਪ ਨੂੰ ਬੈਲਜੀਅਮ ਬਣ ਜਾਣਾ। ਤੁਸੀਂ ਯਾਨੀ ਕਿ ਬੈਲਜੀਅਮ ਮੈਂ ਇੱਕ ਦੋ ਦੇਖਿਓ। ਪੁਆਇੰਟ ਕਹਿਣੇ ਆ। ਦੇਖੋ ਅਮਰੀਕਾ ਦੇ ਕਨਸਟੀਟਿਊਸ਼ਨ 'ਚ ਜਦ ਓਥ ਲਈ ਜਾਂਦੀ ਹੈ ਨਾ, ਇਹ ਸੈਨੇਟਰ ਸੋਰਸ ਹੈ ਤੇ ਚੀਮਾ ਸਾਹਿਬ ਇੱਥੇ ਬਾਈਬਲ ਪੜ੍ਹਦੇ ਨੇ। ਬਾਈਬਲ ਦੀ ਜੋ ਪਾਦਰੀ ਹੁੰਦਾ ਉਹ ਸਾਰਾ ਸੈਰਮਨੀ ਕਰਦਾ ਹੈ। ਸੋ ਫਿਰ ਆਪਾਂ ਅਮਰੀਕਾ ਨੂੰ ਇਹਦੇ ਕ੍ਰਿਸਚੀਅਨ ਨੇਸ਼ਨ ਤਾਂ ਨਹੀਂ ਨਾ ਕਹਿ ਸਕਦੇ। ਉਹ ਅਸੀਂ ਇੱਥੇ- ਡੈਮੋਕ੍ਰੈਟਿਕ ਕੰਟਰੀ ਹੈ ਨਾ। ਇੱਕ ਮਿੰਟ ਸੋ ਆਪਾਂ ਨੂੰ ਜੇ ਪ੍ਰਜੂਮ ਕਰਕੇ ਚੱਲਾਂਗੇ ਕਿ ਪਾਕਿਸਤਾਨ ਟੈਰਰਿਸਟ ਸਟੇਟ ਹੀ ਹੈ, ਪਾਕਿਸਤਾਨ ਦਾ ਇਸਲਾਮਿਕ ਹੈ, ਉਹ ਫਿਰ ਸਾਡੇ ਕਨਕਲੂਜਨ ਗਲਤ ਹੋਣਗੇ। ਕਿਉਂ? ਗਲਫ ਕੰਟਰੀਆਂ 'ਚ ਅਵਤਾਰ ਜੀ, ਇੰਡੀਆ 'ਚ $40 ਬਿਲੀਅਨ ਇੰਡੀਆ 'ਚ ਆਉਂਦਾ ਹੈ। 2 ਕਰੋੜ ਬੰਦਾ ਇੰਡੀਆ 'ਚ ਦਾ ਕੰਮ ਕਰਦਾ ਹੈ। ਕੇਰਲਾ ਤੋਂ ਬਹੁਤ ਜ਼ਿਆਦਾ ਹੈ, ਪੰਜਾਬ ਤੋਂ ਵੀ ਜ਼ਿਆਦਾ ਸੀ। ਫਿਰ ਤਾਂ ਉੱਥੇ ਕੋਈ ਇਵੈਂਟ ਹੋ ਗਈ, ਉਹ ਸਾਰੇ 2 ਕਰੋੜ ਇੰਡੀਆ 'ਚ ਵਾਪਸ ਆਣੇ ਪੈਣੇ, ਕਿਉਂਕਿ ਉੱਥੇ ਤਾਂ ਮੈਕਸਿਮਮ ਮੁਸਲਿਮ ਕੰਟਰੀ ਹੈ। ਜਿੱਥੇ ਸਟੇਟਮੈਂਟ ਆਈ ਹੈ ਉੱਥੇ ਐਨੀਥਿੰਗ ਇਜ਼ ਪੋਸੀਬਲ। ਪਰ ਉੱਥੇ ਸਟੇਟ ਨੇ ਕਾਫੀ ਸਟ੍ਰਿਕਟ ਸਟੈਂਡ ਲਿਆ। ਉੱਥੇ ਕੁਝ ਉਹਨਾਂ ਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਨੂੰ ਥੋੜਾ ਜਿਹਾ ਸੇਵ ਕਰਤਾ ਉਸ ਸਿਚੁਏਸ਼ਨ 'ਚੋਂ। ਉਹਨਾਂ ਨੇ ਬਹੁਤ ਰਿਐਕਟ ਨਹੀਂ ਕੀਤਾ ਸੀ, ਕਿਉਂਕਿ ਉਹ ਤਾਂ ਤੁਸੀਂ ਤੇ ਸਾਊਦੀ ਲੈ ਲਓ ਤਾਂ ਵੀ ਇਸਲਾਮਿਕ ਕਿੰਗਡਮ ਹੈ। ਜੇ ਤੁਸੀਂ ਇਹ ਜਿਹੜੇ ਦੂਜੇ ਕੰਟਰੀਜ਼ ਹੈ, ਬਲਕਿ ਉਹਨਾਂ ਨੇ ਕੀ ਕੀਤਾ ਅਵਤਾਰ ਜੀ ਸੁਣੋ, ਕਿਹੜਾ ਕੰਟਰੀ ਸੀ, ਕੁਵੈਤ। ਉਹਨਾਂ ਨੇ ਕਿਹਾ ਜਿਸ ਬੰਦੇ ਨੇ ਰਾਈਟਸ ਕੀਤੇ ਨੇ, ਰਾਈਟਸ, ਉਹ ਚਾਹੇ ਸਾਡਾ ਕੰਟਰੀ ਦਾ ਸਿਟੀਜ਼ਨ ਹੈ ਚਾਹੇ ਬਾਹਰ ਦਾ ਹੈ, ਇਸ ਪ੍ਰੋਟੈਸਟ ਉਹਨੂੰ ਅਸੀਂ ਬਾਹਰ ਕੱਢਾਂਗੇ, ਉਹਨੂੰ ਬਾਹਰ ਕੱਢਾਂਗੇ, ਚਾਹੇ ਇੰਡੀਆ ਦਾ ਕੋਈ ਬੰਦਾ ਉੱਥੇ ਰਾਈਟਸ ਕਰ ਰਿਹਾ ਸੀ। ਸੋ ਸੋਲੂਸ਼ਨ ਜਿਹੜੇ ਨਾ ਇਹ ਅੰਡਰਸਟੈਂਡ ਕਰਨੇ ਬਹੁਤ ਜ਼ਰੂਰੀ ਹੈ। ਆਪਾਂ ਪਾਕਿਸਤਾਨ ਨੂੰ ਇਸਲਾਮਿਕ ਸਟੇਟ ਲੈਟ ਇਟ ਬੀ, ਬਟ ਕੁਐਸਚਨ ਹੈ ਵਾਟ ਆਰ ਐਕਚੁਅਲਸ। ਦੇਖੋ ਮੈਂ ਸਮਝਦਾ ਕਿ ਪਾਕਿਸਤਾਨ ਦਾ ਜਿਹੜਾ ਡਾਰਕ ਪੀਰੀਅਡ ਸੀ ਨਾ ਉਹ ਖਤਮ ਹੋ ਗਿਆ। ਫਿਰ ਉਹੀ ਗੱਲ ਆ ਗਈ ਸਟੇਟ ਤੇ ਇੱਕ ਮਿੰਟ ਸੁਪਾ ਜੀ, ਪਾਕਿਸਤਾਨ ਦਾ ਜਿਹੜਾ ਪੀਰੀਅਡ ਸੀ ਨਾ ਜੀ, ਬੇਨਜ਼ੀਰ ਭੁੱਟੋ ਜਿਸ ਪੀਰੀਅਡ 'ਚ ਰਿਹਾ, ਉਹ ਬਹੁਤ ਜ਼ਬਰਦਸਤ ਗੁੱਡ ਪੀਰੀਅਡ ਸੀ। ਉਹਨੂੰ ਵੈਸਟਰਨ ਕੰਟਰੀਜ਼ ਨੇ ਕੂ ਕਰਾਇਆ, ਜੱਜਾਂ ਤੋਂ ਫਾਂਸੀ ਦਿਲਾਈ ਗਈ, ਜ਼ਿਆ ਲੱਕ ਪਾਵਰ 'ਚ ਆਇਆ, ਉਹ 15-20 ਸਾਲ ਰਾਜ ਕਰਦਾ ਰਿਹਾ, ਬੜਾ ਡਰਗ ਮਾਫੀਆ ਦਾ ਲੀਡਰ ਸੀ। ਉਸ ਤੋਂ ਬਾਅਦ ਸਿਵਲੀਅਨ ਗਵਰਨਮੈਂਟ ਆਈ, ਮੁਸ਼ਰਫ ਆ ਗਿਆ, ਉਹਦਾ ਕੂ ਕਰਾਇਆ ਗਿਆ। ਮੈਨੂੰ ਯਾਦ ਹੈ ਉਹ ਸ਼੍ਰੀਲੰਕਾ ਤੋਂ ਲੈਂਡ ਕਰਦਾ ਸੀ। ਸੋ ਆਪਾਂ ਨੂੰ ਇਹਦੀ ਡਾਇਨਾਮਿਕਸ ਨਾ ਸਮਝਣੇ ਚਾਹੀਦੇ ਜੀ। ਔਰ ਬੇਨਜ਼ੀਰ ਮਾਰਤੀ ਗਈ ਉੱਥੇ। ਸੋ ਇਹ ਬੜਾ ਇੱਕ ਕੰਪਲਿਕੇਟਡ ਇਸ਼ੂ ਹੈ। ਚੀਮਾ ਸਾਹਿਬ 1-2 ਮਿੰਟ ਲੈ ਕੇ ਫਿਰ ਤੁਸੀਂ ਪਿਛੋਰਾ ਸੀ ਤੁਸੀਂ ਕਲੋਜ਼ ਕਰ ਦਿਓ। ਚੈਪਟਰ ਅੱਛਾ, ਮੈਂ ਇਹ ਕਹਿ ਰਿਹਾ ਸੀ ਗੁਪਤਾ ਸਾਹਿਬ, ਇਹ ਜਿਹੜੇ 2-4-5 ਕੰਟਰੀ ਹੈ ਕਿ ਨਹੀਂ ਜਿੱਥੇ ਪ੍ਰੋਬਲਮਾਂ ਹੈਗੀਆਂ ਨੇ, ਉਹਨਾਂ ਨੂੰ ਜਿਵੇਂ ਟਰੂਡੋ ਸਾਹਿਬ ਆਰਾਮ ਨਾਲ ਉੱਥੇ ਜਦੋਂ ਵੀ ਗੱਲ ਕਰਦੇ ਆ ਭੇਜ ਦਿਓ 20,000 ਬੰਦਾ, ਭੇਜ ਦਿਓ ਏਅਰਪੋਰਟ ਤੇ ਗੈਸਟ ਲਿਆ ਲਿਓ, ਬੜਾ ਸੋਹਣਾ ਆਪਣੇ ਆਪ ਨੂੰ ਨਾ ਐ ਸਮਝਿਆ ਵੀ ਅਸੀਂ ਦੇਵਤਾ ਹੈਗੇ ਆ। ਇਸ ਕਰਕੇ ਇਹ ਕੰਮ ਮੈਨੂੰ ਲੱਗਦਾ ਕੈਨੇਡਾ ਵਾਲਿਆਂ ਨੂੰ ਛੱਡਣੇ ਚਾਹੀਦੇ ਆ। ਅਮਰੀਕਾ ਵਾਲੇ ਵੀ ਇਹੀ ਕੰਮ ਕਰਦੇ ਆ। ਅਫਗਾਨਿਸਤਾਨ ਤੋਂ ਹੁਣ ਗਏ ਸੀਗੇ, ਕਿਵੇਂ ਭਜਾਏ, ਕਿਵੇਂ ਬੰਦੇ ਲਿਆਂਦੇ ਆ। ਇਟਸ ਨਾਟ ਫੇਅਰ। ਤੇ ਉਹਨਾਂ 'ਚ ਖਬਰ ਕਿਹੜੇ ਬੰਦੇ ਆ ਜਾਣੇ ਨਾਲ, ਉਹਨਾਂ ਨੇ ਫਿਰ ਇੱਥੇ ਕੰਮ ਸ਼ੁਰੂ ਕਰ ਦੇਣਾ ਸਾਡੇ ਵੀ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਣੀਆਂ। ਆਪਣੀ ਚੀਮਾ ਸਾਹਿਬ ਤੁਸੀਂ ਵਕੀਲ ਹੈਗੇ, ਥੋੜਾ ਜਿਹਾ ਦੱਸੋ ਇਹਦਾ ਕਿਵੇਂ ਇਹਦਾ ਕੀ ਇਲਾਜ ਕਰਨਾ। ਹਾਂ, ਇਹ ਦੇਖੋ ਸੋਸ਼ਲ ਜਾਂ ਦੂਜੇ ਇਸ਼ੂ ਨੇ, ਲੀਗਲ ਤਾਂ ਬਣਦਾ ਨਹੀਂ ਹੈਗਾ। ਪਰ ਬਾਕੀ ਹਾਂ ਕੁਛ ਹੱਦ ਤੱਕ ਸੁਖਪਾਲ ਜੀ ਵੀ ਠੀਕ ਨੇ, ਕਿਉਂਕਿ ਜਿੱਥੋਂ ਤੱਕ ਪਾਕਿਸਤਾਨ ਜਾਂ ਅਫਗਾਨ ਜਾਂ ਦੂਜੀਆਂ ਕੰਟਰੀਆਂ, ਮੇਰੇ ਖਿਆਲ ਅਫਗਾਨਿਸਤਾਨ ਨੂੰ ਬਾਕੀਆਂ ਨਾਲ ਕੰਪੇਅਰ ਕਰਨਾ ਡਿਫਰੈਂਟ ਹੈਗਾ, ਕਿਉਂਕਿ ਉੱਥੇ ਲਾਲੈਸਨੈਸ ਹੈਗੀ ਹੈ, ਕੋਈ ਸ਼ੱਕ ਨਹੀਂ। ਔਰ ਉਹ ਕਿਸੇ ਦੂਜੀ ਕੰਟਰੀ ਨੂੰ ਨਹੀਂ ਸੁਣਦੇ। ਐਟਲੀਸਟ ਪਾਕ ਇੰਡੀਆ ਦੂਜੀਆਂ ਕੰਟਰੀਆਂ ਹੈਗੀਆਂ ਨੇ, ਉਹਨਾਂ ਤੇ ਪ੍ਰੈਸ਼ਰ ਤਾਂ ਹੈ ਬਾਹਰਲੀਆਂ ਕੰਟਰੀ ਦਾ ਕਿਸੇ ਦਾ। ਔਰ ਦੂਸਰੀ ਜਿਹੜਾ ਸੈਕੰਡ ਡਿਫਰੈਂਸ ਹੈ ਕਿ ਉੱਥੇ ਗਿਣਤੀ ਬਹੁਤ ਥੋੜੀ, 100-150 ਜਾਂ 200 ਫੈਮਿਲੀ ਸਿਰਫ। ਬਾਕੀ ਸਾਰੀ ਕੰਟਰੀ 'ਚ ਨੰਬਰ ਜ਼ਿਆਦਾ ਐਜ਼ ਕੰਪੇਅਰ ਟੂ ਦੈਟ। ਜਿੱਥੇ ਜ਼ਿਆਦਾ ਨੰਬਰ ਹੋਏਗਾ ਉੱਥੇ ਏਦਾਂ ਰਿਐਕਟ ਕਰਨਾ ਔਖਾ ਹੋਏਗਾ, ਟਾਰਗੇਟ ਕਰਨਾ ਔਖਾ ਹੋ ਜਾਂਦਾ। ਉਹ ਵੱਖਰੀ ਗੱਲ ਕਿ ਇੰਡੀਆ 'ਚ ਕਾਫੀ ਹੱਦ ਤੱਕ ਹੋ ਰਿਹਾ, ਮੈਂ ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਪਰ ਉਹ 200 ਫੈਮਲੀਆਂ ਲਈ ਉੱਥੇ ਉਹਨਾਂ ਨੂੰ ਰਜਿਸਟ ਕਰਨਾ ਵੀ ਔਖਾ ਹੈ। ਉਹਨਾਂ ਲਈ ਇੰਨੀ ਸੇਧ ਨਹੀਂ ਹੋਏਗੀ ਜਦੋਂ ਕਿ ਉਹ ਕੰਟਰੀ ਬਾਹਰਲੇ ਕਿਸੇ ਨੂੰ ਨਹੀਂ ਸੁਣਦੀ। ਉਸ ਕੇਸ ਦੇ ਵਿੱਚ ਦੈਟਸ ਅ ਸੈਪਰੇਟ ਸਿਚੁਏਸ਼ਨ, ਉਹ ਵੱਖਰੀ ਸਿਚੁਏਸ਼ਨ ਦੇ ਵਿੱਚ ਉਹ ਜੇ ਆ ਜਾਣ ਤਾਂ ਉਹਨਾਂ ਵਾਸਤੇ ਬੈਟਰ ਹੈ। ਬਾਕੀ ਕੰਟਰੀਆਂ 'ਚ ਉਹਨਾਂ ਨੰਬਰ ਹੈਗਾ ਲੋਕਾਂ ਦਾ, ਦੇ ਕੈਨ ਫਾਈਟ ਐਂਡ ਗਰੋ, ਉਹਨਾਂ ਨੂੰ ਬਾਹਰੋਂ ਸਪੋਰਟ ਵੀ ਮਿਲੇਗੀ। ਇੱਥੇ ਸਪੋਰਟ ਬਾਹਰੋਂ ਵੀ ਨਹੀਂ ਮਿਲੇਗੀ। ਓਕੇ ਜੀ, ਪਿਸ਼ੌਰਾ ਸਿੰਘ ਜੀ ਕਲੋਜ਼ ਕਰ ਦਿਓ ਜੀ ਫਿਰ। I think Indian government has made the wise decision, although it is late. But ਇਹ ਪਹਿਲਾਂ ਵੀ ਹੋ ਸਕਦਾ ਸੀ, ਪਰ ਹੁਣ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਆਖਿਆ ਠੀਕ ਹੈ ਗੱਲ, ਉਹ ਸਾਰੇ 100-150 ਫੈਮਿਲੀ ਦੀ ਗੱਲ ਹੀ ਉੱਥੇ ਹੈਗੀ। ਔਰ ਉਹਦੇ ਵਿੱਚ ਉਹ ਜਿਸ ਤਰ੍ਹਾਂ ਖਬਰਾਂ ਤੋਂ ਪਤਾ ਲੱਗਦਾ ਕਿ 100 ਬੰਦਿਆਂ ਨੂੰ ਤਾਂ ਉਹਨਾਂ ਨੇ ਆਲਰੇਡੀ ਵੀਜ਼ਾ ਇਸ਼ੂ ਕਰ ਵੀ ਦਿੱਤੇ ਬੜੀ ਐਕਸਲਰੇਟਿਡ ਵੇ। ਤੇ ਬਾਕੀ 40-50 ਜਿਹੜੇ ਹੈਗੇ ਆ ਉਹਨਾਂ ਨੂੰ ਸੇਫਲੀ ਜਿਹੜਾ ਉਹ ਸਰਕਾਰ ਨੇ ਜਿਵੇਂ ਸ਼ੁਰੂ ਕੀਤਾ ਪ੍ਰੋਸੈਸ, ਉਹਨਾਂ ਨੂੰ ਉੱਥੋਂ ਲੈ ਹੀ ਆਉਣਾ ਚਾਹੀਦਾ।
ਉਸ ਤੋਂ ਬਾਅਦ ਫਿਰ ਗਾਂਹ ਹੁੰਦਾ ਜੋ ਉਹ ਲੋਕ ਕੈਨੇਡਾ ਆਉਂਦੇ ਨੇ ਜਾਂ ਕਿੱਧਰ ਜਾਂਦੇ ਨੇ ਜਾਂ ਕੋਈ ਹੋਰ ਕੰਟਰੀ ਉਹਨਾਂ ਨੂੰ ਕੀ ਕਰਦਾ, ਪਰ ਇਸ ਵੇਲੇ ਪਹਿਲੀ obligation ਤਾਂ ਉਹ ਤਾਂ ਹਿੰਦੁਸਤਾਨ ਦੀ ਸਰਕਾਰ ਦੀ ਹੈ, ਔਰ ਆਈ ਥਿੰਕ ਦੇ ਆਰ ਟੇਕਿੰਗ, ਦੇ ਆਰ honoring it. Hopefully, you know, they will be back in India soon. ਕਿ ਸ਼ੁਰੂ ਹੋ ਗਿਆ ਵਿਚਾਰੇ। ਤੇ ਕੋਈ ਨਹੀਂ ਬਜਾਜ ਕੱਟ ਨਾ ਕਿਹੜਾ ਇਹ ਪਿਛੋਰਾ ਸੀ ਤੁਹਾਡਾ ਪੂਰਨ ਲੱਗ ਗਿਆ। ਮੇਰਾ ਚੱਲ ਕੋਈ ਨਹੀਂ ਇਹ ਆਪਾਂ ਲਾ ਹੀ ਜਾਣਾ ਵਿੱਚ ਚੱਲਣਾ ਦਿਓ। that's okay, ਕੱਟ ਲੈਣੀ ਕੋਈ ਨਹੀਂ। ਕੀ ਕਹਿਣ ਲੱਗੇ ਸੀ ਪਿਛੋਰਾ ਸੀ ਉੱਥੇ ਗਾਹਾਂ ਕਰਦਾ? ਹਾਂ ਨਹੀਂ, ਮੈਂ ਇਹੋ ਕਹਿਣ ਲੱਗਾ ਸੀ ਕਿ the Indian government has you know made the right decision now. ਹੁਣ ਮਤਲਬ ਜਿਹੜਾ ਉਹ ਬੜੇ ਐਕਸਲਰੇਟਿਡ ਤਰੀਕੇ ਦੇ ਨਾਲ ਈ ਵੀਜ਼ਾਜ਼ ਉਹਨਾਂ ਨੂੰ ਇਸ਼ੂ ਕਰ ਰਹੇ ਹੋ, ਔਰ ਉਹਨਾਂ ਨੇ ਜਿਹੜਾ 150 ਫੈਮਿਲੀ ਕਹਿੰਦੇ ਉੱਥੇ ਹੈਗੀ। ਹਾਂ, ਉਹ ਇਟ ਇਜ਼ ਨਾਟ ਅ ਬਿਗ ਥਿੰਗ। ਸੋ ਪਰ ਇਹ ਸਵਾਲ ਇਹ ਆ ਵੀ ਉਹ ਜੋ ਕੁਛ ਜਿਸ ਤਰ੍ਹਾਂ ਉਹਨਾਂ ਨੂੰ ਟੈਰਰਾਈਜ਼ ਕੀਤਾ ਗਿਆ, ਜਿਸ ਤਰ੍ਹਾਂ ਉਹ ਤਾਂ ਕਹਿੰਦੇ ਆ ਕਿ ਜੇ ਉਹ ਮਿਲਟਰੀ ਜਿਹੜੀ ਆ ਉਹ ਨਾ ਮਤਲਬ ਉਹਨਾਂ ਨੂੰ ਡੱਕਦੀ ਤਾਂ ਉਹ ਜਿਹੜੀ ਵੈਨ ਸੀ ਉਹਨਾਂ ਦੀ ਜਿਹਦੇ 'ਚ ਐਕਸਪਲੋਸਿਵ ਸੀ ਉਹਦਾ ਸਾਰਾ ਗੁਰਦੁਆਰਾ ਹੀ ਉਡਾ ਦੇਣਾ ਸੀ ਉਹਨਾਂ ਨੂੰ। ਉਹ ਤਾਂ ਬੜੀ ਮਾੜੀ ਇੰਟੈਂਸ਼ਨ ਨਾਲ ਆਇਆ ਸੀ, ਉਹਦਾ ਸਾਰੀਆਂ ਫੈਮਿਲੀਜ਼ ਜਿਹੜੀਆਂ ਉੱਥੇ ਉੱਡ ਜਾਂਦੀਆਂ। ਪਰ ਉਹ ਜਿਹੜੀ ਗੱਡੀ ਸੀ ਉਹ ਜਿਹਦੇ 'ਚ ਉਹ ਸਾਰਾ ਅਸਲਾ ਸੀਗਾ, ਦੈਟ ਵਾਜ਼ ਸਟਾਪਡ ਬਾਈ ਦੀ ਆਰਮੀ, ਦੈਟ ਵਾਜ਼ ਅ ਗੁੱਡ ਥਿੰਗ। ਤੇ ਉਹ ਬੰਦਾ ਵੀ ਉਹ ਸਿਰਫ ਇੱਕ ਤਾਂ ਹੀ ਮਰਿਆ ਕਿਉਂਕਿ ਆਰਮੀ ਇੰਟਰਵੀਨਡ ਔਨ ਟਾਈਮ, ਪਰ ਦੇ ਡਿਡ ਦ ਲੈਵਲ ਬੈਸਟ ਐਜ਼ ਦੇ ਕੁਡ। ਪਰ ਇਹ ਹੈ ਵੀ ਇਸ ਵੇਲੇ ਉਹਨਾਂ ਦਾ ਉਹ ਫੇਰ ਪੈਣਗੇ ਉਹਨਾਂ ਨੂੰ, ਜੇ ਉੱਥੋਂ ਉਹ ਲੋਕ ਉਸੇ ਤਰ੍ਹਾਂ ਰਹਿਣਗੇ ਤੇ ਦੇ ਆਰ ਨਾਟ ਸੇਫ। ਤੇ ਜਿਸ ਤਰ੍ਹਾਂ ਸੁਖਪਾਲ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਸ ਵੇਲੇ ਉੱਥੋਂ ਨਿਕਲ ਹੀ ਆਉਣਾ ਜਿਹੜਾ ਨਾ ਮਾਈਨੋਰਿਟੀਜ਼ ਦਾ ਹੋਏਗਾ, ਐਂਡ ਆਈ ਥਿੰਕ ਦ ਇੰਡੀਅਨ ਗਵਰਨਮੈਂਟ ਇਜ਼ ਡੂਇੰਗ ਦੈਟ। ਓਕੇ, ਥੈਂਕ ਯੂ ਪਿਛੋਰਾ ਸਿੰਘ ਜੀ। ਚੀਮਾ ਸੀ, ਥੈਂਕ ਯੂ ਵੈਰੀ ਮਚ ਪਿਛੋਰਾ ਸਿੰਘ ਜੀ, ਸੁਖਪਾਲ ਜੀ ਤੇ ਗੁਪਤਾ ਸਾਹਿਬ। ਲੈਟ ਮੀ ਕਲੋਜ਼ ਨਾਓ। ਥੈਂਕ ਯੂ ਸਰ।